सजाए गीत बेसाजो साज, गाए गीत बे आवाज़, रोए बहुत अश्क बिना, बेकाबा हैं हम हजाज। सोए बहुत नींद बिना और बेमंजिल हैं हम राही, मस्कीन ने ऐसे किया है अपनी ज़िंदगी का आगाज़। वाहिगुरु जी का खालसा, वाहिगुरु जी की फतेह। ਅੱਜ ਪੰਥ ਰਤਨ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਮਿੱਠੀ ਸਾਲਾਨਾ ਯਾਦ ਹੈ। ਅੱਜ ਅਸੀਂ ਉਹਨਾਂ ਦੀ ਜੀਵਨੀ ਤੋਂ ਰੋਸ਼ਨੀ ਲੈਣ ਦਾ ਯਤਨ ਕਰ ਰਹੇ ਹਾਂ। ਮਸਕੀਨ ਜੀ ਦਾ ਜਨਮ ਸਨ 1934 ਲੱਕੀ ਮਰਵਤ ਬੰਨੂ ਕੋਹਾਟ ਪੱਛਮੀ ਪੰਜਾਬ ਵਿਖੇ ਹੋਇਆ। ਉਹਨਾਂ ਨੇ ਜਿਸ ਪਾਵਨ ਕੁੱਖ ਤੋਂ ਜਨਮ ਲਿਆ, ਉਹਨਾਂ ਦਾ ਨਾਂ ਸਤਿਕਾਰਯੋਗ ਬੀਬੀ ਰਾਮ ਕੌਰ ਜੀ ਸੀ। ਮਾਤਾ ਜੀ ਦਾ ਜੀਵਨ ਇੱਕਦਮ ਸਾਦਗੀ ਭਰਿਆ ਸੀ ਅਤੇ ਉਹ ਪਰਮਾਤਮਾ ਵੱਲ ਸਮਰਪਿਤ ਸੁਭਾਅ ਦੇ ਸਨ। ਅਤੇ ਸਤਿਕਾਰਯੋਗ ਪਿਤਾ ਜੀ ਦਾ ਨਾਂ ਸਰਦਾਰ ਕਰਤਾਰ ਸਿੰਘ ਨਰੂਲਾ ਸੀ। ਮਸਕੀਨ ਜੀ ਬਚਪਨ ਤੋਂ ਹੀ ਗੰਭੀਰ ਸੁਭਾਅ ਦੇ ਸਨ। ਕਦੇ ਕਦੇ ਉਹ ਆਪਣੇ ਜਜ਼ਬਾਤ ਕਵਿਤਾ ਰਾਹੀਂ ਪ੍ਰਗਟ ਕਰਦੇ ਸਨ। ਆਪ ਦੀ ਵਿਦਿਆ ਵਿੱਚ ਵਿਸ਼ੇਸ਼ ਰੁਚੀ ਹੁੰਦੀ ਸੀ। ਸਾਰੇ ਅਧਿਆਪਕ ਤੇ ਹੈੱਡ ਮਾਸਟਰ ਤਰਫੋਂ ਵੀ ਆਪ ਨੂੰ ਪ੍ਰੇਮ ਮਿਲਦਾ ਰਿਹਾ। ਮਸਕੀਨ ਜੀ ਦੀ ਇੱਕ ਭੈਣ ਸਨ ਜਿਨ੍ਹਾਂ ਦਾ ਨਾਂ ਬੀਬੀ ਸੁਜਾਨ ਕੌਰ ਸੀ ਅਤੇ ਇੱਕ ਛੋਟੇ ਵੀਰ ਵੀ ਸਨ ਜਿਨ੍ਹਾਂ ਦਾ ਨਾਂ ਸਰਦਾਰ ਅਮਰਜੀਤ ਸਿੰਘ ਸੀ, ਜੋ ਬਚਪਨ ਵਿੱਚ ਹੀ ਅਕਾਲ ਚਲਾਣਾ ਕਰ ਗਏ ਸਨ। ਮਸਕੀਨ ਜੀ ਨੂੰ ਛੋਟੇ ਵੀਰ ਦੇ ਜਾਣ ਦਾ ਬੜਾ ਦੁੱਖ ਹੋਇਆ ਸੀ। ਉਸ ਦੇ 2 ਸਾਲ ਬਾਅਦ ਹੀ ਧਰਮ ਦੇ ਨਾਂ 'ਤੇ ਹਿੰਦੁਸਤਾਨ ਪਾਕਿਸਤਾਨ ਦਾ ਬਟਵਾਰਾ ਹੋਇਆ। ਹੁਣ ਸਭ ਕੁਝ ਬਦਲ ਰਿਹਾ ਸੀ ਅਤੇ ਮਸਕੀਨ ਜੀ ਨੂੰ ਵੀ ਆਪਣਾ ਘਰ ਛੱਡਣਾ ਪਿਆ। ਮਸਕੀਨ ਜੀ ਕਹਿੰਦੇ ਨੇ ਕਿ ਸ਼ੁਰੂ ਵਿੱਚ ਉਹਨਾਂ ਨੂੰ ਇੱਦਾਂ ਲੱਗਦਾ ਸੀ ਕਿ ਇੱਕ ਦਿਨ ਉਹ ਆਪਣੇ ਘਰ ਵਾਪਸੀ ਕਰ ਸਕਣਗੇ, ਪਰ ਉਹ ਦਿਨ ਕਦੇ ਨਹੀਂ ਆਇਆ। 3 ਤੋਂ 4 ਦਿਨ ਬਾਅਦ ਮਸਕੀਨ ਜੀ ਆਪਣੇ ਪਰਿਵਾਰ ਨਾਲ ਦਿੱਲੀ ਪਹੁੰਚੇ ਅਤੇ ਉਸ ਤੋਂ ਬਾਅਦ ਅਲਵਰ ਆ ਗਏ। ਉਹਨਾਂ ਨੂੰ ਪੜ੍ਹਾਈ ਦਾ ਬਹੁਤ ਹੀ ਸ਼ੌਕ ਸੀ, ਪਰ ਅਲਵਰ ਵਿਖੇ ਵਿਦਿਆ ਹਿੰਦੀ ਭਾਸ਼ਾ ਵਿੱਚ ਦਿੱਤੀ ਜਾਂਦੀ ਸੀ। ਮਸਕੀਨ ਜੀ ਨੇ ਸਾਰੀ ਵਿਦਿਆ ਉਰਦੂ, ਫਾਰਸੀ ਅਤੇ ਗੁਰਮੁਖੀ ਵਿੱਚ ਪ੍ਰਾਪਤ ਕੀਤੀ ਹੋਈ ਸੀ, ਪਰ ਹਿੰਦੀ ਸਿਖਾਉਣ ਵਾਸਤੇ ਉਹਨਾਂ ਨੂੰ ਅਲਵਰ ਵਿੱਚ ਪਹਿਲੀ ਜਮਾਤ ਦੇ ਬੱਚਿਆਂ ਨਾਲ ਬਿਠਾਇਆ ਗਿਆ। ਉਹਨਾਂ ਦਾ ਦਿਲ ਬਹੁਤ ਟੁੱਟਿਆ ਅਤੇ 10-12 ਦਿਨ ਤੋਂ ਬਾਅਦ ਹੀ ਉਹਨਾਂ ਨੇ ਸਕੂਲ ਛੱਡ ਦਿੱਤਾ। ਇੱਕ ਦਿਨ ਆਪ ਨੇ ਪਿਤਾ ਜੀ ਨੂੰ ਪੁੱਛਿਆ ਕਿ ਜਿਹੜੇ ਪੜ੍ਹੇ ਲਿਖੇ ਨਹੀਂ ਹੁੰਦੇ, ਕੀ ਪਰਮਾਤਮਾ ਉਹਨਾਂ ਨੂੰ ਵੀ ਰੋਜ਼ਗਾਰ ਦਿੰਦਾ ਹੈ? ਪਿਤਾ ਜੀ ਦੀਆਂ ਅੱਖਾਂ 'ਚੋਂ ਹੰਝੂ ਰੁਕ ਨਾ ਸਕੇ। ਗਰੀਬੀ ਤੋਂ ਲੜਦੇ ਲੜਦੇ ਆਪ ਨੇ ਇੱਕ ਕਾਰਖਾਨੇ ਕੰਮ ਕੀਤਾ ਜਿੱਥੇ ਹੋਰ ਬੱਚੇ ਵੀ ਨੌਕਰੀ ਕਰਦੇ ਸਨ। ਮਨ ਨਾ ਲੱਗਣ ਕਰਕੇ ਉਹਨਾਂ ਨੇ 3 ਮਹੀਨੇ ਬਾਅਦ ਹੀ ਕੰਮ ਛੱਡ ਦਿੱਤਾ। ਫਿਰ ਮਸਕੀਨ ਜੀ ਨੇ ਦੂਜੀ ਥਾਂ ਕੰਮ ਕੀਤਾ, ਪਰ ਉੱਥੇ ਵੀ ਉਹਨਾਂ ਦਾ ਦਿਲ ਨਾ ਲੱਗਿਆ। ਉਸ ਤੋਂ ਬਾਅਦ ਆਪ ਨੇ ਰੇਲਵੇ ਵਿੱਚ ਟ੍ਰੇਨ ਚਾਲਕ ਦਾ ਵੀ ਕੰਮ ਕੀਤਾ। ਉੱਥੇ ਤਨਖਾਹ ਵੀ ਕਾਫੀ ਠੀਕ ਹੁੰਦੀ ਸੀ ਅਤੇ ਨਾਲ ਕੰਮ ਕਰਨ ਵਾਲੇ ਮਸਕੀਨ ਜੀ ਨੂੰ ਬਹੁਤ ਪ੍ਰੇਮ ਦਿੰਦੇ ਸਨ ਅਤੇ ਆਪ ਦੀ ਵੱਖਰੀ ਮਹਿਕ ਨੂੰ ਮਹਿਸੂਸ ਕਰਦੇ ਸਨ। ਆਪ ਦੀ ਬੰਦਗੀ ਸਾਰਿਆਂ ਨੂੰ ਪ੍ਰਭਾਵਿਤ ਕਰਦੀ ਸੀ। ਆਪ ਦਾ ਹਿਰਦਾ ਪ੍ਰਭੂ ਚਿੰਤਨ ਪ੍ਰਤੀ ਹੀ ਜ਼ਿਆਦਾ ਰਹਿੰਦਾ ਸੀ ਅਤੇ 6 ਮਹੀਨੇ ਉਪਰੰਤ ਟ੍ਰੇਨ ਚਾਲਕ ਦਾ ਵੀ ਕੰਮ ਆਪ ਨੇ ਛੱਡ ਦਿੱਤਾ। ਮਨਾਇਆ ਰਾਤ ਦਿਨ ਆਖਿਰ ਮੈਂ ਤੈਨੂੰ, ਰੁਲਾਇਆ ਰਾਤ ਦਿਨ ਆਖਿਰ ਤੂੰ ਮੈਨੂੰ, ਦਸਤਕ ਦੇ ਕੇ ਹੱਥ ਤੁੜਵਾਏ ਮੈਂ ਹਨ, ਹੱਸ ਹੱਸ ਕੇ ਹੰਝੂ ਵਗਾਏ ਮੈਂ ਹਨ। ਉਸ ਰੋਜ਼ ਪਿਤਾ ਜੀ ਬਹੁਤ ਨਾਰਾਜ਼ ਹੋਏ ਅਤੇ ਸਖਤੀ ਨਾਲ ਵੀ ਪੇਸ਼ ਆਏ ਕਿ ਆਖਿਰ ਜਿਸ ਨੌਕਰੀ ਦੀ ਇੰਨੀ ਚਾਹਤ ਸੀ, ਉਹ ਮਿਲਣ ਤੋਂ ਬਾਅਦ ਕਿਉਂ ਛੱਡ ਦਿੱਤੀ। ਮਸਕੀਨ ਜੀ ਦਾ ਮਨ ਸੰਸਾਰ ਵੱਲੋਂ ਬਹੁਤ ਹੀ ਉਦਾਸ ਰਹਿੰਦਾ ਸੀ ਅਤੇ ਇੱਕ ਦਿਨ ਅੱਧੀ ਰਾਤ ਸਮੇਂ ਜਦ ਮਾਤਾ ਪਿਤਾ ਜੀ ਸੋ ਰਹੇ ਸਨ, ਉਹਨਾਂ ਨੂੰ ਮੱਥਾ ਟੇਕ ਕੇ ਆਪ ਘਰੋਂ ਟੁਰ ਚੱਲੇ ਅਤੇ ਦਿੱਲੀ ਪਹੁੰਚ ਕੇ ਗੁਰਦੁਆਰੇ ਸੀਸਗੰਜ ਸਾਹਿਬ ਆਏ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੱਗੇ ਆਪ ਨੇ ਆਪਣਾ ਦਿਲ ਫਰੋਲਿਆ। ਮੈਂ ਮਜਨੂ ਨਹੀਂ ਜੋ ਸਹਿਰਾਂ ਵਿੱਚ ਭਟਕਾਂ ਤੇ ਮਹੀਵਾਲ ਦੀ ਤਰ੍ਹਾਂ ਚਨਾਹ ਵਿੱਚ ਅਟਕਾਂ। ਹੀਰ ਤੇ ਰਾਂਝੇ ਦੇ ਕਿੱਸੇ ਬਸ ਕਿੱਸੇ ਨੇ, ਮਨਸੂਰ ਦੀ ਤਰ੍ਹਾਂ ਮੈਂ ਤਾਂ ਸੂਲੀ 'ਤੇ ਲਟਕਾਂ। ਉਸ ਤੋਂ ਬਾਅਦ ਮਸਕੀਨ ਜੀ ਭਰਤਪੁਰ ਵਿਖੇ ਗੁਰਦੁਆਰੇ ਪਹੁੰਚੇ, ਪਰ ਉੱਥੇ 3 ਦਿਨ ਤੋਂ ਵੱਧ ਠਹਿਰਨ ਦੀ ਆਗਿਆ ਨਹੀਂ ਸੀ
ਅਤੇ ਉਹਨਾਂ ਕੋਲ ਲੰਬੇ ਸਮੇਂ ਜੋਗਾ ਖਰਚਾ ਵੀ ਨਹੀਂ ਸੀ। ਉਧਰੋਂ ਮਸਕੀਨ ਜੀ ਮੁੰਬਈ ਨੂੰ ਰਵਾਨਾ ਹੋਏ ਤੇ ਰੇਲਵੇ ਸਟੇਸ਼ਨ ਤੋਂ ਪੈਦਲ ਗੁਰਦੁਆਰੇ ਪਹੁੰਚੇ। ਇਸ ਤੋਂ ਬਾਅਦ ਆਪ ਗੁਰੂ ਨਾਨਕ ਦਰਬਾਰ ਆਏ, ਜੋ ਸਾਇਨ ਸਿੰਧੀ ਕਾਲੋਨੀ ਵਿੱਚ ਹੈ। ਉੱਥੇ ਆਪ ਗਿਆਨੀ ਗੁਰਦਿਆਲ ਸਿੰਘ ਜੀ ਨੂੰ ਮਿਲੇ ਅਤੇ ਗਿਆਨੀ ਜੀ ਨੇ ਆਪ ਜੀ ਦੇ ਗੁਰਦੁਆਰੇ ਠਹਿਰਨ 'ਤੇ ਕੋਈ ਇਤਰਾਜ਼ ਨਹੀਂ ਕੀਤਾ। ਮਸਕੀਨ ਜੀ ਗਿਆਨੀ ਜੀ ਨਾਲ 6 ਮਹੀਨੇ ਗੁਰਦੁਆਰੇ ਠਹਿਰੇ। ਉਹਨਾਂ ਤੋਂ ਕੀਰਤਨ ਦੀ ਵੀ ਸਿੱਖਿਆ ਲਈ, ਪਰ 6 ਮਹੀਨੇ ਬਾਅਦ ਧਾਰਮਿਕ ਉਦਾਸੀ ਫਿਰ ਦਸਤਕ ਦੇਣ ਲੱਗ ਪਈ ਅਤੇ ਆਪ ਨਾਸਿਕ ਜਾ ਪਹੁੰਚੇ। ਇਸੇ ਤਰ੍ਹਾਂ ਮਸਕੀਨ ਜੀ ਇੱਕ ਤੋਂ ਦੂਜੀ ਥਾਂ ਜਾਂਦੇ, ਕੁਝ ਵਕਤ ਠਹਿਰਦੇ ਤੇ ਫਿਰ ਅਗਲੀ ਜਗ੍ਹਾ ਅਦ੍ਰਿਸ਼ ਮੰਜ਼ਿਲ ਦੀ ਤਲਾਸ਼ ਵਿੱਚ ਰਵਾਨਾ ਹੋ ਜਾਂਦੇ ਸਨ। ਮਸਕੀਨ ਜੀ ਕਈ ਵਾਰੀ ਬਹੁਤ ਥੱਕ ਜਾਂਦੇ ਤੇ ਕਦੇ-ਕਦਾਏ ਸਾਰਾ ਦਿਨ ਬਿਨਾਂ ਭੋਜਨ ਕੀਤੇ ਵੀ ਰਹਿ ਜਾਂਦੇ ਸਨ, ਪਰ ਫਿਰ ਵੀ ਆਪ ਗੁਰੂ ਦੇ ਸ਼ੁਕਰਾਨੇ ਵਿੱਚ ਰਹੇ ਤੇ ਵਾਹਿਗੁਰੂ ਦਾ ਨਾਂ ਲੈ ਕੇ ਸੰਘਰਸ਼ ਕਰਦੇ ਰਹੇ। भटकता होश मुर्दा जोश, कहाँ मैं आ गया हूँ, तपती ज़मीं और यख आसमां पे छा गया हूँ, कैसे कटेगी इन बेचराग मज़ारों पर, फूल हूँ बियाबां का और मुरझा गया हूँ। इसे तरह आप गोदावरी दे तपोबन, नासिक, झांसी, बीना ਅਤੇ ਪਟਨਾ ਗਏ ਤੇ ਜਦ ਬਨਾਰਸ ਗਏ ਤੇ ਉੱਥੇ ਆਪ ਦੀ ਮੁਲਾਕਾਤ ਬਾਬਾ ਬਲਵੰਤ ਸਿੰਘ ਜੀ ਨਾਲ ਹੋਈ ਤੇ ਉਹਨਾਂ ਦਾ ਸਾਥ ਮਿਲਿਆ। ਮਸਕੀਨ ਜੀ ਨੂੰ ਬਾਬਾ ਜੀ ਨਾਲ ਅਲੱਗ ਹੀ ਸਕੂਨ ਮਿਲਦਾ ਸੀ। ਬਾਬਾ ਜੀ ਦੀ ਸੰਗਤ ਵਿੱਚ ਆਪ ਗੁਰਬਾਣੀ ਦੀ ਗਹਿਰਾਈ ਵਿੱਚ ਵੀ ਗਏ। ਕੁਝ ਸਮਾਂ ਬੀਤ ਗਿਆ ਅਤੇ ਇੱਕ ਦਿਨ ਮਸਕੀਨ ਜੀ ਨੂੰ ਆਪਣੇ ਪਰਿਵਾਰ ਦੀ ਯਾਦ ਆਉਣ ਲੱਗੀ। ਉਹਨਾਂ ਦੀ ਵੱਡੀ ਭੈਣ ਉਹਨਾਂ ਨੂੰ ਵੀਰਾ ਵੀਰਾ ਕਰਕੇ ਪੁਕਾਰਦੀ ਸੀ। ਬਾਬਾ ਬਲਵੰਤ ਸਿੰਘ ਜੀ ਨੇ ਆਪ ਨੂੰ ਪਰੇਸ਼ਾਨ ਦੇਖਣ ਤੋਂ ਬਾਅਦ ਆਪ ਨੂੰ ਆਪਣੇ ਘਰ ਵਾਪਸ ਜਾਣ ਲਈ ਆਖਿਆ। ਜਦ ਵਾਪਸੀ ਹੋਈ ਤੇ ਉਹਨਾਂ ਦੇ ਬਚਪਨ ਦੇ ਮਿੱਤਰ ਬਿਹਾਰੀ ਲਾਲ ਜੀ ਨੇ ਦੱਸਿਆ ਕਿ ਪਿਤਾ ਜੀ ਹੁਣ ਨਹੀਂ ਰਹੇ। ਵੱਡੀ ਭੈਣ ਦਾ ਵਿਆਹ ਹੋ ਗਿਆ ਸੀ ਅਤੇ ਮਾਤਾ ਰਾਮ ਕੌਰ ਜੀ ਅੱਜ ਵੀ ਆਪਣੇ ਪੁੱਤਰ ਦੀ ਉਡੀਕ ਕਰ ਰਹੇ ਸਨ। ਮਾਤਾ ਜੀ ਸਾਰੇ ਦਿਨ ਆਪਣੇ ਪੁੱਤਰ ਨੂੰ ਯਾਦ ਕਰਦੇ ਰਹਿੰਦੇ ਸਨ। ਮਸਕੀਨ ਜੀ ਆਪਣੇ ਹੰਝੂ ਰੋਕ ਨਾ ਸਕੇ। ਬਿਹਾਰੀ ਲਾਲ ਜੀ ਨੇ ਉਹਨਾਂ ਨੂੰ ਆਪਣੇ ਗਲੇ ਲਾ ਲਿਆ ਅਤੇ ਉਹਨਾਂ ਦੇ ਹੰਝੂ ਪੁੰਝੇ। रो लेता हूँ मैं सो लेता हूँ, हो ना सका हकीकत में तुम्हारा, तखय्यल में यूं हो लेता हूँ। जद घरे पहुँच के माता जी नाल मुलाकात होई ਤੇ ਉਹਨਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ। ਘਰੇ ਪਹੁੰਚਣ ਤੋਂ ਪਹਿਲਾਂ ਹੀ ਮਸਕੀਨ ਜੀ ਨੇ ਕਥਾ ਕਰਨੀ ਆਰੰਭ ਕਰ ਦਿੱਤੀ ਸੀ। ਛੋਟੀ ਜਿਹੀ ਉਮਰ ਵਿੱਚ ਉਹ ਜਦ ਵੀ ਗੁਰਦੁਆਰੇ ਕਥਾ ਕਰਦੇ ਸਨ ਤੇ ਸਾਰੀ ਸੰਗਤ ਮੰਤਰ ਮੁਗਧ ਹੋ ਜਾਂਦੀ ਸੀ। ਸੰਗਤਾਂ ਦਾ ਅਥਾਹ ਪ੍ਰੇਮ ਮਿਲਣ ਲੱਗਿਆ। चिरागे राह बनेंगे एक दिन नक्शे कदम मेरे, अभी तो मैं गुमराह मालूम होता हूँ। घर ਦੇ ਹਾਲਾਤ ਸੁਧਰਨ ਲੱਗ ਗਏ ਸਨ। ਇਸ ਤੋਂ ਬਾਅਦ ਆਪ ਰਤਲਾਮ, ਇੰਦੌਰ, ਖਾਂਡਵਾ, ਬੁਰਹਾਨਪੁਰ ਅਤੇ ਆਸ-ਪਾਸ ਦੇ ਹੋਰ ਸ਼ਹਿਰ ਗਏ ਜਿੱਥੇ ਆਪ ਨੇ ਆਪਣੀ ਪ੍ਰੇਮ ਭਰੀ ਕਥਾ ਕੀਤੀ। ਸੰਗਤ ਮਸਕੀਨ ਜੀ ਨੂੰ ਸੁਣਦੇ ਹੀ ਇੱਕਦਮ ਜੁੜ ਜਾਂਦੀ ਸੀ। ਸਨ 1957 ਵਿੱਚ ਆਪ ਦਾ ਆਨੰਦ ਕਾਰਜ ਬੀਬੀ ਸੁੰਦਰ ਕੌਰ ਨਾਲ ਹੋਇਆ। ਇੱਕ ਗ੍ਰਹਸਥ ਆਸ਼ਰਮ ਦੀਆਂ ਜ਼ਿੰਮੇਦਾਰੀਆਂ ਦੇ ਬਾਵਜੂਦ ਆਪ ਦਾ ਗੁਰਬਾਣੀ ਨਾਲ ਪ੍ਰੇਮ ਜੁੜਿਆ ਰਿਹਾ ਅਤੇ ਕਥਾ ਵੀ ਚੱਲਦੀ ਰਹੀ। ਜਿੰਨੇ ਪ੍ਰੇਮ ਨਾਲ ਮਸਕੀਨ ਜੀ ਸੰਗਤ ਨੂੰ ਪਰਮਾਤਮਾ ਨਾਲ ਜੋੜਦੇ ਹੋਏ ਕਥਾ ਕਰਦੇ ਸਨ, ਉਨੀ ਹੀ ਬੇਬਾਕੀ ਨਾਲ ਪ੍ਰਬੰਧਕ ਕਮੇਟੀਆਂ ਅਤੇ ਮੈਂਬਰਾਂ ਦੇ ਦੋਗਲੇਪਣ ਅਤੇ ਭ੍ਰਸ਼ਟਾਚਾਰ ਦਾ ਖੁਲਾਸਾ ਵੀ ਕਰਦੇ ਰਹੇ। ਇਸ ਕਰਕੇ ਉਹਨਾਂ ਨੂੰ ਕਈ ਵਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ, ਪਰ ਮਸਕੀਨ ਜੀ ਹਮੇਸ਼ਾ ਸੱਚ ਦੇ ਨਾਲ ਰਹੇ। ਧਰਮ ਵੀ ਧੰਦਾ ਤੇ ਧੰਦਾ ਵੀ ਧੰਦਾ, ਕਰਮ ਦਾ ਜਾਲ ਬਸ ਫੰਦਾ ਹੀ ਫੰਦਾ। ਕਹਿੰਦੇ ਨੇ ਜਿਸਨੂੰ ਵਹਿਸ਼ੀ ਸ਼ੈਤਾਨੀ, ਉਹ ਹੈ ਇਹ ਬੰਦਾ, ਉਹ ਹੈ ਇਹੀ ਬੰਦਾ। ਹਰ ਸਾਲ ਆਪ ਨੂੰ ਸ਼੍ਰੀ ਦਰਬਾਰ ਸਾਹਿਬ, ਗੁਰਦੁਆਰਾ ਸੀਸਗੰਜ ਸਾਹਿਬ ਅਤੇ ਤਖਤ ਸ਼੍ਰੀ ਪਟਨਾ ਸਾਹਿਬ ਸੱਦਿਆ ਜਾਂਦਾ ਸੀ। ਮਸਕੀਨ ਜੀ ਹਰ ਸਾਲ ਕਥਾ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ ਰਹੇ, ਪਰ ਇਨ੍ਹਾਂ ਅਸਥਾਨਾਂ ਤੋਂ ਉਹਨਾਂ ਨੇ ਕਦੇ ਵੀ ਭੇਟਾ ਸਵੀਕਾਰ ਨਹੀਂ ਕੀਤੀ।
ਕਿਉਂਕਿ ਅੰਤਰਾਤਮਾ ਮੰਨਦੀ ਹੀ ਨਹੀਂ ਸੀ। ਸਿਰਫ ਸਿੱਖ ਸੰਗਤ ਹੀ ਨਹੀਂ, ਮਸਕੀਨ ਜੀ ਨੂੰ ਹਰ ਧਰਮ ਦੇ ਲੋਕ ਬੇਅੰਤ ਪ੍ਰੇਮ ਕਰਨ ਲੱਗ ਪਏ ਅਤੇ ਮਸਕੀਨ ਜੀ ਵੀ ਸਾਰਿਆਂ ਨੂੰ ਇੱਕੋ ਜਿਹਾ ਆਪਣਾਪਨ ਦਿੰਦੇ ਸਨ। ਉਹਨਾਂ ਲਈ ਹਰ ਧਰਮ ਦਾ ਮਨੁੱਖ ਬਰਾਬਰ ਸੀ। ਇੰਦੌਰ ਅਤੇ ਜੰਮੂ ਵਿਖੇ ਆਪਨੇ ਗੀਤਾ ਭਵਨ ਵੀ ਕਥਾ ਕੀਤੀ ਤੇ ਜਦ ਇੱਕ ਮੁਸਲਮਾਨ ਮੌਲਵੀ ਨੇ ਆਪ ਦੀ ਸੰਗਤ ਵਿੱਚ ਰਹਿਣ ਦੀ ਇੱਛਾ ਪ੍ਰਗਟ ਕੀਤੀ, ਆਪ ਨੇ ਉਸ ਨੂੰ ਪੂਰੀ ਤਰ੍ਹਾਂ ਸਵੀਕਾਰਿਆ ਤੇ ਉਸ ਤੋਂ ਬਾਅਦ ਹੋਰ ਮੁਸਲਮਾਨ ਵੀਰ ਵੀ ਆਪ ਨਾਲ ਜੁੜਦੇ ਗਏ। ਸਿਰਫ ਹਿੰਦੁਸਤਾਨ ਹੀ ਨਹੀਂ, ਮਸਕੀਨ ਜੀ ਨੇ ਸਮੂਹ ਜਗਤ ਵਿੱਚ ਗੁਰਮਤਿ ਪ੍ਰਚਾਰ ਫੇਰੀਆਂ ਕੀਤੀਆਂ ਤੇ ਆਪਣੀ ਰਸ ਭਰੀ ਕਥਾ ਰਾਹੀਂ ਸੰਗਤਾਂ ਨੂੰ ਗੁਰੂ ਨਾਲ ਜੋੜ ਕੇ ਸੰਗਤਾਂ ਦਾ ਅਸੀਮ ਪ੍ਰੇਮ ਹਾਸਲ ਕੀਤਾ। ਅਫਗਾਨਿਸਤਾਨ, ਤੁਰਕਮੇਨਿਸਤਾਨ, ਕੈਨੇਡਾ, ਕਜ਼ਾਕਿਸਤਾਨ, ਅਮਰੀਕਾ, UK, ਫਰਾਂਸ, ਜਰਮਨੀ, ਦੁਬਈ, ਸਿੰਗਾਪੁਰ, ਹਾਂਗਕਾਂਗ ਅਤੇ ਕਈ ਦੇਸ਼ਾਂ ਤੋਂ ਉਹਨਾਂ ਨੂੰ ਸੱਦਿਆ ਜਾਂਦਾ ਸੀ। ਮੈਂ ਇੱਕ ਬੂੰਦ ਲਈ ਤਰਸਾਂ, ਤੂੰ ਸਾਗਰ ਉਮੜਾਏ, ਮੈਂ ਮੰਗਿਆ ਇੱਕ ਫੁੱਲ, ਤੂੰ ਗੁਲਿਸਤਾਂ ਸਜਾਏ। ਮੈਂ ਭਾਲਾਂ ਹਨੇਰੇ 'ਚੋਂ ਜੀਵਨ ਦੀ ਜੋਤੀ, ਲੱਖਾਂ ਤੇਰੀ ਰਹਿਮਤ ਨੇ ਦੀਵੇ ਜਗਾਏ। ਸੰਗਤ ਦੇ ਜ਼ੋਰ ਦੇਣ ਤੇ ਮਸਕੀਨ ਜੀ ਨੇ ਆਪਣੇ ਵਿਚਾਰਾਂ ਨੂੰ ਕਲਮਬੰਦ ਵੀ ਕੀਤਾ ਤੇ ਉਹਨਾਂ ਵੱਲੋਂ ਗੁਰਮਤਿ ਦਰਸ਼ਨ ਨੂੰ ਬਿਆਨ ਕਰਦਿਆਂ ਹੋਇਆਂ ਕਈ ਕਿਤਾਬਾਂ ਲਿਖੀਆਂ ਗਈਆਂ ਨੇ। ਮਸਕੀਨ ਜੀ ਜੋ ਵੀ ਵਿਚਾਰ ਸੰਗਤ ਦੇ ਅੱਗੇ ਰੱਖਦੇ ਸਨ, ਉਹ ਉਹਨਾਂ ਦਾ ਅਨੁਭਵੀ ਗਿਆਨ ਹੁੰਦਾ ਸੀ। ਆਪ ਨੂੰ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਤੋਂ ਪੰਥ ਰਤਨ ਦੀ ਮਹਾਨ ਉਪਾਧੀ ਨਾਲ ਨਿਵਾਜ਼ਿਆ ਗਿਆ। ਇਹ ਉਪਾਧੀ ਗੁਰਬਾਣੀ ਦੇ ਸੰਦੇਸ਼ ਰਾਹੀਂ ਸਿੱਖਾਂ ਅਤੇ ਮਨੁੱਖਤਾ ਲਈ ਬੇਮਿਸਾਲ ਸੇਵਾਵਾਂ ਲਈ ਕਿਸੇ ਵੀ ਵਿਅਕਤੀ ਨੂੰ ਦਿੱਤਾ ਗਿਆ ਸਰਵੋੱਚ ਧਾਰਮਿਕ ਸਨਮਾਨ ਹੈ। ਸੰਨ 2005 ਵਿੱਚ 18 ਫਰਵਰੀ ਨੂੰ ਇਟਾਵਾ ਵਿਖੇ ਮਸਕੀਨ ਜੀ ਪ੍ਰਭੂ ਜੋਤੀ ਵਿੱਚ ਅਭੇਦ ਹੋ ਗਏ। ਸੰਗਤਾਂ ਨੇ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਮਹਿਸੂਸ ਕੀਤਾ, ਪਰ ਜਿਹੜਾ ਆਪ ਦੇ ਵਿਚਾਰਾਂ ਦਾ ਖਜ਼ਾਨਾ ਹੈ, ਉਹ ਅੱਜ ਤੱਕ ਸਾਡੇ ਨਾਲ ਹੈ ਅਤੇ ਹਮੇਸ਼ਾ ਰਹੇਗਾ। ਜੀਵਨ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਸਕੀਨ ਜੀ ਨੂੰ ਇਸ ਯੁੱਗ ਦੇ ਭਾਈ ਗੁਰਦਾਸ ਅਵਾਰਡ ਅਤੇ ਗੁਰਮਤਿ ਵਿਦਿਆ ਮਾਰਤੰਡ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ। ਆਪ ਦੀਆਂ ਯਾਦਾਂ ਸਦਾ ਹੀ ਸੰਗਤਾਂ ਨਾਲ ਰਹਿਣਗੀਆਂ ਅਤੇ ਸਮੂਹ ਗੁਰਸਿੱਖ ਸਾਧਕਾਂ ਅਤੇ ਭਗਤ ਪ੍ਰੇਮੀਆਂ ਲਈ ਪ੍ਰਭੂ ਮਿਲਾਪ ਦਾ ਬਾਇਸ ਬਣਿਆ ਰਹੇਗਾ। ਅਬ ਦੀ ਨੀਂਦ ਹੀ ਮੇਰੀ ਜ਼ਿੰਦਗੀ ਹੈ, ਹਰ ਇੱਕ ਆਹ ਮੇਰੀ ਬੰਦਗੀ ਹੈ। ਇਸ ਚੈਨਲ ਦੀ ਪਹਿਲ ਮਸਕੀਨ ਜੀ ਦੇ ਸਵਰਗਵਾਸੀ ਸਪੁੱਤਰ ਸਰਦਾਰ ਅਮੋਲਕ ਸਿੰਘ ਜੀ ਸਪੁੱਤਰੀ ਅਮਨਦੀਪ ਕੌਰ ਵੱਲੋਂ ਹੋਈ ਹੈ। ਸਰਦਾਰ ਅਮੋਲਕ ਸਿੰਘ ਜੀ ਦਾ ਸੁਪਨਾ ਸੀ ਕਿ ਉਹਨਾਂ ਦੇ ਸੰਤ ਰੂਪੀ ਪਿਤਾ ਜੀ ਦੇ ਵਿਚਾਰਾਂ ਨੂੰ ਵੱਧ ਤੋਂ ਵੱਧ ਸੰਗਤਾਂ ਸਰਵਨ ਕਰ ਸਕਣ ਅਤੇ ਗੁਰਬਾਣੀ ਦਾ ਪ੍ਰਚਾਰ ਤੇ ਮਨੁੱਖਤਾ ਦੀ ਸੇਵਾ ਵਿੱਚ ਹੋਰ ਵਾਧਾ ਹੋਵੇ। ਇਹ ਚੈਨਲ ਇੱਕ ਛੋਟਾ ਜਿਹਾ ਯਤਨ ਹੈ। ਅਰਦਾਸ ਹੈ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਅਸੀਂ ਸਾਰਿਆਂ ਤੇ ਮਿਹਰ ਕਰਨ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।